Hello students, how are you? This is international law lecture and the topic is aggression. Aggression ਤੋਂ ਕੀ ਭਾਵ ਹੈ ਇੰਟਰਨੈਸ਼ਨਲ ਲਾਅ ਦੇ ਵਿੱਚ? ਜਿਵੇਂ ਕਿ ਸ਼ਬਦ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੈ, ਅਗਰੈਸ਼ਨ ਦਾ ਮਤਲਬ ਹੁੰਦਾ ਹੈ ਇੱਕ ਕੰਟਰੀ ਵੱਲੋਂ ਦੂਸਰੀ ਕੰਟਰੀ ਤੇ ਆਕਰਮਣ ਕਰਨਾ, ਇੱਕ ਕੰਟਰੀ ਵੱਲੋਂ ਦੂਸਰੀ ਕੰਟਰੀ ਦੀ ਸ਼ਾਂਤੀ ਭੰਗ ਕਰਨਾ। Aggression means use of armed force by a state against the sovereignty, territorial integrity or political independence of another state, and this is inconsistent with the Charter of the United Nations। तो aggression ਦਾ ਕੀ ਮਤਲਬ ਹੈ? ਇੱਕ ਸਟੇਟ ਵੱਲੋਂ ਇੱਕ ਕੰਟਰੀ ਵੱਲੋਂ ਆਪਣੀ ਸੈਨਾ ਦਾ ਇਸਤੇਮਾਲ ਕਰਨਾ, ਕਾਹਦੇ ਵਾਸਤੇ ਕਰਨਾ? ਕਿਸੇ ਹੋਰ ਕੰਟਰੀ ਦੀ ਪ੍ਰਭੂਸੱਤਾ ਨੂੰ ਡੇਂਜਰ ਵਿੱਚ ਲੈ ਕੇ ਆਉਣਾ ਹੈ, ਕਿਸੇ ਹੋਰ ਕੰਟਰੀ ਦੀ ਟੈਰੀਟੋਰੀਅਲ ਇੰਟੈਗਰਿਟੀ ਤੇ ਉਹਦੀ ਪੋਲੀਟੀਕਲ ਇੰਡੀਪੈਂਡੈਂਸ, ਉਹਦੀ ਰਾਜਨੀਤਿਕ ਸੁਤੰਤਰਤਾ ਨੂੰ ਡੇਂਜਰ ਵਿੱਚ, ਖਤਰੇ ਵਿੱਚ ਪਾਉਣ ਲਈ ਤੁਸੀਂ ਆਪਣੀ ਸੈਨਾ ਦਾ ਇਸਤੇਮਾਲ ਕਰ ਰਹੇ ਹੋ। ਔਰ ਯੂਨਾਈਟਿਡ ਨੇਸ਼ਨ ਚਾਰਟਰ ਵੀ ਇਹ ਇਜਾਜ਼ਤ ਨਹੀਂ ਦਿੰਦਾ। ਇਹ ਸਾਰਾ ਕੁਝ ਜਿਹੜਾ ਕਿ ਇੱਕ ਸਟੇਟ ਕਰ ਰਿਹਾ ਦੂਸਰੀ ਕੰਟਰੀ ਨੂੰ ਤੰਗ ਪਰੇਸ਼ਾਨ ਕਰਨ ਲਈ ਜਾਂ ਉਹਦੇ ਖਿਲਾਫ ਆਪਣੀ ਸੈਨਾ ਨੂੰ ਯੂਜ਼ ਕਰ ਰਿਹਾ ਹੈ, ਇਹ ਯੂਨਾਈਟਿਡ ਨੇਸ਼ਨ ਚਾਰਟਰ ਦੇ ਅਨੁਕੂਲ ਨਹੀਂ ਹੈ। ਤੋ ਇਹਦੇ ਵਿੱਚ ਇੱਕ ਕੰਟਰੀ ਵੱਲੋਂ ਦੂਸਰੀ ਕੰਟਰੀ ਦੇ ਧਾਵਾ ਬੋਲ ਦੇਣਾ, ਹੱਲਾ ਬੋਲ ਦੇਣਾ, ਇਨਵੇਜਨ ਕਰਨਾ, ਆਪਣੀ ਮਿਲਟਰੀ ਯੂਜ਼ ਕਰਕੇ ਉਹਨੂੰ ਆਕੂਪਾਈ ਕਰ ਲੈਣਾ, ਉਹਨੂੰ ਆਪਣੇ ਅਧਿਕਾਰ 'ਚ ਕਰ ਲੈਣਾ, ਉਸ ਕੰਟਰੀ ਦੀ ਐਨੈਕਸੇਸ਼ਨ ਕਰ ਲੈਣੀ। ਐਨੈਕਸੇਸ਼ਨ ਹੁੰਦਾ ਦੂਸਰੀ ਕੰਟਰੀ ਨੂੰ ਆਪਣੀ ਟੈਰੀਟਰੀ 'ਚ ਮਿਲਾ ਲੈਣਾ, ਉਹਦੀ ਟੈਰੀਟਰੀ ਨੂੰ ਆਪਣੀ ਟੈਰੀਟਰੀ 'ਚ ਮਿਲਾ ਲੈਣਾ। ਕਿਵੇਂ? ਧੱਕੇ ਨਾਲ, ਫੋਰਸ ਨਾਲ। ਤੋ ਅਗਰੈਸ਼ਨ ਵਿੱਚ ਹੁੰਦਾ ਕੀ ਹੈ? ਇੱਕ ਸਟੇਟ ਇੱਕ ਜੰਗ ਸ਼ੁਰੂ ਕਰ ਦਿੰਦਾ ਹੈ, ਵਾਰ ਸ਼ੁਰੂ ਕਰ ਦਿੰਦਾ ਦੂਸਰੇ ਸਟੇਟ ਦੇ ਖਿਲਾਫ, ਔਰ ਇਹੋ ਜਿਹੀ ਸਥਿਤੀ, ਇਹੋ ਜਿਹੀ ਸਿਚੁਏਸ਼ਨ ਬਣਾ ਦਿੰਦਾ ਹੈ ਜਿਹਦੇ ਵਿੱਚ ਜਿਹੜਾ ਦੂਸਰਾ ਵਿਚਾਰਾ ਸਟੇਟ ਹੈ, ਵਿਕਟਮ ਸਟੇਟ ਹੈ, ਉਹਨੂੰ ਵੀ ਵਾਰ ਵਿੱਚ, ਜੰਗ ਵਿੱਚ ਕੁੱਦਣਾ ਪੈ ਜਾਂਦਾ ਹੈ। ਉਹ ਵਾਰ ਚਾਹੁੰਦਾ ਨਹੀਂ, ਉਹ ਲੜਾਈ ਚਾਹੁੰਦਾ ਨਹੀਂ, ਬਟ ਇਟ ਇਜ਼ ਡਰਿਵਨ ਟੂ ਵਾਰ ਬਾਈ ਦਾ ਐਕਟ ਆਫ ਦਾ ਫਸਟ ਸਟੇਟ। ਜਦੋਂ ਦੂਜੀ ਸੰਸਾਰ ਜੰਗ ਹੋਈ ਸੀ ਆਫਟਰ ਸੈਕੰਡ ਵਰਲਡ ਵਾਰ, ਇੱਕ ਸਟੇਟ ਵੱਲੋਂ ਦੂਸਰੇ ਸਟੇਟ ਤੇ ਹਮਲਾ ਜਾਂ ਅਗਰੈਸ਼ਨ ਕਰਨ ਦੀ ਮਨਾਹੀ ਦਿੱਤੀ ਗਈ ਸੀ। ਆਰਟੀਕਲ 2 ਕਲੌਜ਼ 4 ਯੂਐਨ ਚਾਰਟਰ ਨੇ, ਯੂਐਨ ਚਾਰਟਰ ਦੇ 2 ਕਲੌਜ਼ 4 ਨੇ ਕਿਹਾ ਸੀ ਵੀ ਕੋਈ ਵੀ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਜਾਂ ਅਗਰੈਸ਼ਨ ਨਹੀਂ ਕਰੂਗਾ। ਇਹ ਰੋਕ ਲਾਈ ਗਈ ਸੀ ਯੂਐਨ ਚਾਰਟਰ ਦੇ ਆਰਟੀਕਲ 2 ਕਲੌਜ਼ 4 ਨੇ, ਕਿਉਂਕਿ ਸੈਕੰਡ ਵਰਲਡ ਵਾਰ ਵਿੱਚ ਬਹੁਤ ਨੁਕਸਾਨ ਹੋ ਚੁੱਕਿਆ ਸੀ। ਠੀਕ ਹੈ ਜੀ। ਤਾਂ ਕੋਈ ਵੀ ਇੱਕ ਰਾਜ, ਇੱਕ ਕੰਟਰੀ ਦੂਸਰੇ ਸਟੇਟ ਦੀ ਟੈਰੀਟੋਰੀਅਲ ਇੰਟੈਗਰਿਟੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਉਹਦੀ ਸੋਵਰਨਟੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਉਹਦੀ ਪੋਲੀਟੀਕਲ ਇੰਡੀਪੈਂਡੈਂਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅਗਰ ਐਂ ਕਰਦਾ ਹੈ ਤਾਂ ਉਹ ਅਗਰੈਸ਼ਨ ਵਿੱਚ ਆ ਜਾਊਗਾ। ਲੇਕਿਨ ਇਹਦੇ ਵਿੱਚ ਕੁਝ ਐਕਸੈਪਸ਼ਨਾਂ ਨੇ। ਪਹਿਲੀ ਐਕਸੈਪਸ਼ਨ ਹੈ ਕਿ ਇੱਕ ਸਟੇਟ ਦੂਸਰੇ ਤੇ ਹਮਲਾ ਜਾਂ ਅਗਰੈਸ਼ਨ ਕਰ ਸਕਦਾ ਹੈ ਜੇ ਦੂਸਰਾ ਸਟੇਟ ਉਹਨੂੰ ਤੰਗ ਪਰੇਸ਼ਾਨ ਕਰ ਰਿਹਾ, ਜਾਂ ਦੂਸਰੇ ਸਟੇਟ ਨੇ ਧਮਕੀ ਦਿੱਤੀ ਹੈ ਕਿ ਮੈਂ ਤੇਰੇ ਤੇ ਅਗਰੈਸ਼ਨ ਕਰਨ ਵਾਲਾ ਹਾਂ, ਜਾਂ ਪਹਿਲੇ ਸਟੇਟ ਨੂੰ ਲੱਗਦਾ ਕਿ ਮੇਰੇ ਤੇ ਉਹ ਸਟੇਟ ਅਗਰੈਸ਼ਨ ਕਰਨ ਵਾਲਾ ਹੈ, ਤਾਂ ਆਪਣੀ ਸੈਲਫ ਡਿਫੈਂਸ ਵਿੱਚ ਉਹ ਕੋਈ ਨਾ ਕੋਈ ਐਕਸ਼ਨ ਲੈ ਸਕਦਾ ਹੈ। ਤਾਂ ਇੱਕ ਸਟੇਟ ਦੂਸਰੇ ਸਟੇਟ ਤੇ ਅਗਰੈਸ਼ਨ ਕਰ ਸਕਦਾ ਹੈ, ਹਮਲਾ ਕਰ ਸਕਦਾ ਹੈ, ਆਰਮਡ ਫੋਰਸਿਸ ਨਾਲ ਵੀ ਕਰ ਸਕਦਾ ਹੈ, ਜੇ ਉਹਨੂੰ ਖੁਦ ਨੂੰ ਖਤਰਾ ਹੈ ਦੂਸਰੇ ਸਟੇਟ ਤੋਂ, ਉਸ ਨੂੰ ਖੁਦ ਨੂੰ ਖਤਰਾ ਹੈਗਾ ਦੂਸਰੇ ਸਟੇਟ ਤੋਂ, ਕਿਉਂਕਿ ਦੂਸਰਾ ਸਟੇਟ ਵੀ ਐਕਸ਼ਨ ਲੈਣ ਨੂੰ ਤਿਆਰ ਹੈ, ਐਕਸ਼ਨ ਲੈਣ ਹੀ ਵਾਲਾ ਹੈ, ਤਾਂ ਇਹ ਪਹਿਲਾ ਸਟੇਟ ਆਪਣੀ ਸੈਲਫ ਡਿਫੈਂਸ ਵਿੱਚ ਫੋਰਸ ਯੂਜ਼ ਕਰ ਸਕਦਾ ਹੈ। ਇਹ ਪਹਿਲੀ ਐਕਸੈਪਸ਼ਨ ਹੈ। ਦੂਸਰੀ ਹੈ ਜੇ ਸਿਕਿਉਰਿਟੀ ਕਾਉਂਸਲ ਵੱਲੋਂ ਆਥੋਰਾਈਜੇਸ਼ਨ ਮਿਲ ਗਈ ਹੋਵੇ ਤਾਂ। ਹੁਣ ਤੁਹਾਨੂੰ ਮੈਂ ਪੁਰਾਣੇ ਇੱਕ ਲੈਕਚਰ ਵਿੱਚ ਦੱਸਿਆ ਸੀ, ਵਾਰ ਕ੍ਰਾਈਮਸ ਵਾਲਾ ਲੈਕਚਰ ਮੇਰਾ ਸੁਣਿਓ ਤੁਸੀਂ ਇੰਟਰਨੈਸ਼ਨਲ ਲਾਅ ਦੇ, ਜਿਸ 'ਚ ਮੈਂ ਦੱਸਿਆ ਸੀ ਵੀ ਨਿਊਰਮਬਰਗ ਟਰਾਇਲ ਹੋਏ ਸੀਗੇ। ਸੈਕੰਡ ਵਰਲਡ ਵਾਰ 'ਚ ਜਰਮਨੀ ਹਾਰ ਗਿਆ ਸੀ। ਜਰਮਨੀ ਦੇ ਹਿਟਲਰ ਨੇ ਕਾਫੀ ਨੁਕਸਾਨ ਕੀਤਾ ਸੀ ਵਰਲਡ ਦਾ, ਅਗਰੈਸ਼ਨ ਬਹੁਤ ਕੀਤੀ ਸੀ, ਬੜੇ ਕੰਟਰੀਆਂ ਤੇ ਅਗਰੈਸ਼ਨ ਕਰ ਲਈ ਸੀ ਹਿਟਲਰ ਨੇ। ਤਾਂ ਉਹਦੇ ਜਿਹੜੇ ਆਫੀਸਰਸ ਨੇ ਸਭ ਨੂੰ ਫੜ ਲਿਆ ਗਿਆ ਸੀ। ਨਿਊਰਮਬਰਗ ਟਰਾਇਲ ਵਿੱਚ ਉਹਨਾਂ ਦਾ ਟਰਾਇਲ ਚੱਲਿਆ ਸੀ, ਜਰਮਨੀ ਵਿੱਚ ਨਿਊਰਮਬਰਗ ਟਰਾਇਲ ਹੋਇਆ ਸੀ। ਠੀਕ ਹੈ। ਤਾਂ ਉਹਦੇ ਵਿੱਚ ਨਿਊਰਮਬਰਗ ਟਰਾਇਲ ਵਿੱਚ ਇੰਟਰਨੈਸ਼ਨਲ ਮਿਲਟਰੀ ਟ੍ਰਿਬਿਊਨਲ ਬਣਾਇਆ ਗਿਆ, ਜਿਸ ਨੇ 1946 ਵਿੱਚ ਜਜਮੈਂਟ ਦਿੱਤੀ ਮਿਲਟਰੀ ਟ੍ਰਿਬਿਊਨਲ ਨੇ ਕਿ ਜਿਹੜਾ ਕ੍ਰਾਈਮ ਆਫ ਅਗਰੈਸ਼ਨ ਹੈ ਇਹ ਸੁਪਰੀਮ ਇੰਟਰਨੈਸ਼ਨਲ ਕ੍ਰਾਈਮ ਹੈ, ਸਭ ਤੋਂ ਵੱਡਾ ਕ੍ਰਾਈਮ ਹੈ। ਇਹਦੇ ਨਾਲ ਸ਼ਾਂਤੀ ਭੰਗ ਹੁੰਦੀ ਹੈ ਸੰਸਾਰ ਦੀ। ਅਗਰੈਸ਼ਨ ਦੇ ਕੁਝ ਹੋਰ ਐਗਜ਼ਾਮਪਲ ਤੁਹਾਨੂੰ ਦਿੰਦਾ
ਜਿਵੇਂ ਕਿ ਇੱਕ ਕੰਟਰੀ ਵੱਲੋਂ ਦੂਸਰੀ ਕੰਟਰੀ ਤੇ ਚੜ੍ਹਾਈ ਕਰ ਦੇਣੀ, ਇਨਵੇਜਨ ਕਰ ਦੇਣੀ, ਅਟੈਕ ਕਰ ਦੇਣਾ ਆਪਣੇ ਆਰਮਡ ਫੋਰਸਿਸ ਨਾਲ ਦੂਸਰੀ ਟੈਰੀਟਰੀ ਤੇ, ਦੂਸਰੇ ਦੀ ਟੈਰੀਟਰੀ ਤੇ ਬੰਬ ਛੱਡ ਦੇਣੇ। ਬੰਬਾਰਡਮੈਂਟ ਬਾਈ ਦਾ ਆਰਮਡ ਫੋਰਸਿਸ ਆਫ ਅ ਸਟੇਟ, ਬੰਬਾਰਡਮੈਂਟ मतलब ਬੰਬ ਛੱਡ ਦੇਣੇ दूसरे ਦੀ ਟੈਰੀਟਰੀ ਤੇ। अगला है द एक्ट ऑफ अ स्टेट अलाउइंग इट्स टेरिटरी टू बी यूज्ड बाय अनदर स्टेट फॉर कमिटिंग एन एक्ट ऑफ अग्रेशन अगेंस्ट अ थर्ड स्टेट। इसका मतलब है एक कंट्री अपनी धरती या सरजमी को किसी दूसरे देश द्वारा इस्तेमाल होने दे रहा है ताकि किसी तीसरे देश को कब्जे में कर ले। तो एक कंट्री किसी होर कंट्री नू अपनी टैरीटरी इस्तेमाल करन दे रहा है कि भाई तू मेरी टैरीटरी इस्तेमाल कर ला ताकि तीसरे देश ते तू हमला कर सके। तो ये जिहड़ा कंट्री है अपनी टैरीटरी नू इस्तेमाल करन दे रहा है, ये भी घट नहीं है, ये भी बराबर का गुनाहगार है। ये भी एक्ट ऑफ अग्रैशन का ये भी केस चल सकता है। जिहड़ा हमला कर रहा वो भी, तो जिहड़ा हमला कराउण लई अपनी सहायता दे रहा, अपनी टैरीटरी की हेल्प दे रहा, वो भी। एक यूनाइटेड नेशन जनरल असैंबली अडॉप्शन होया है, ठीक है, ये रेजोल्यूशन होया 3314, यूनाइटेड नेशन जनरल असैंबली अडॉप्शन ऑफ रेजोल्यूशन 3314। ਇਹਦਾ आर्टिकल 4 कहता है कि ये ਜਿਹੜੀ ਸਾਰੀ ਆਪਾਂ ਉੱਪਰ ਐਗਜ਼ਾਮਪਲਾਂ ਕੀਤੀਆਂ ਨੇ, ठीक है, ਇਹਦੀ ਅਗਰੈਸ਼ਨ ਦੀਆਂ, ਇਹ ਆਪਣੇ ਆਪ ਵਿੱਚ ਪੂਰਨ ਨਹੀਂ ਹੈ, ਆਪਣੇ ਆਪ ਵਿੱਚ ਐਗਜ਼ੌਸਟਿਵ ਨਹੀਂ ਹੈ। ਪਤਾ ਨਹੀਂ ਕਿਹੜਾ ਐਕਟ ਅਗਰੈਸ਼ਨ ਦੇ ਡੈਫੀਨੇਸ਼ਨ ਵਿੱਚ ਆ ਜੇ। ਜੋ ਮੈਂ ਤੁਹਾਨੂੰ ਦੱਸੀਆਂ ਗੱਲਾਂ ਇਹ ਆਪਣੇ ਆਪ ਵਿੱਚ ਐਗਜ਼ੌਸਟਿਵ ਲਿਸਟ ਨਹੀਂ ਹੈ। ਇਹ ਤਾਂ ਕੌਣ ਤੈਅ ਕਰਦਾ ਵੀ ਐਕਟ ਆਫ ਅਗਰੈਸ਼ਨ ਹੈਗਾ ਕਿ ਨਹੀਂ ਹੈ? ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਡਿਟਰਮਾਈਨ ਕਰਦਾ ਹੈ ਕਿ ਕਿਹੜਾ ਐਕਟ ਐਗਰੈਸ਼ਨ ਬਣਦਾ ਹੈ ਜਾਂ ਨਹੀਂ ਬਣਦਾ। ਇਸੇ ਰੈਜ਼ੋਲੂਸ਼ਨ ਦਾ ਆਰਟੀਕਲ 5 ਕਲੌਜ਼ 2 ਕਹਿੰਦਾ ਹੈ कि ये जिहड़ा वार ऑफ अग्रैशन है या एक्ट ऑफ अग्रैशन है, इट्स अ क्राइम अगेंस्ट इंटरनेशनल पीस। तो एक्ट ऑफ अग्रैशन करता एक कंट्री ने, उसके खिलाफ केस कौन चलाऊ, कित्थे चलूगा केस, किहड़ी फॉर्म है, वो है इंटरनेशनल क्रिमिनल कोर्ट ICC। तुहानूं वार क्राइम वाले चैप्टर च भी दस्सिया सी, ध्यान नाल सुणिओ वो वीडियो। तो जो एक कंट्री दूसरे कंट्री ते अग्रैशन करता है तां किहड़ी कोर्ट कोल जुरिसडिक्शन है, वो मसले नूं हल करने वास्ते, वो ट्रायल करने वास्ते इंटरनेशनल क्रिमिनल कोर्ट है, वो ICC, ICJ नहीं है। ICJ ते ICC च फर्क की है, मैं तुहानूं पुराने लैक्चर च दस चुके इंटरनेशनल लॉ दा, लभ लिओ। तो आर्टिकल 5 क्लॉज 1 सब क्लॉज D है रोम स्टैट्यूट ऑफ ICC। ICC का जिहड़ा रोम स्टैट्यूट है ਉਹਦਾ आर्टिकल 5 क्लॉज 1 सब क्लॉज D कहता है कि ICC कोल ही जुरिसडिक्शन होगी क्राइम ऑफ अग्रैशन दी। इसे स्टैट्यूट विच क्राइम ऑफ अग्रैशन विच आ होर गल्लां आ गईयां, किहड़ी-किहड़ियां? एक कंट्री वालों अपनी आर्मी भेज देनी किसी होर कंट्री दी जमीन विच, ठीक है, उत्थे उहनूं कब्जे विच लिआउण लई। ये डेफिनेशन पहले भी कितनी बारी कर चुके हैं। ਜਾਂ ਆਪਣੀ ਆਰਮਡ ਫੋਰਸਿਸ ਨੂੰ ਉਹਦੀ ਟੈਰੀਟੋਰੀਅਲ ਸੀ ਵਿੱਚ ਦਖਲ ਭੇਜਤਾ। ਟੈਰੀਟੋਰੀਅਲ ਸੀ ਇਹ ਵੀ ਤੁਹਾਨੂੰ ਮੈਂ ਪੁਰਾਣੇ ਲੈਕਚਰ 'ਚ ਦੱਸ ਚੁੱਕਿਆ ਸੀ ਲਾਅ ਦੇ ਵਿੱਚ। ਜਾਂ ਆਪਣੀ ਆਰਮਡ ਫੋਰਸਿਸ ਨੂੰ ਉਹਦੇ ਆਰਮਡ ਫੋਰਸਿਸ ਦੇ ਉੱਪਰ ਹਮਲਾ ਕਰਵਾ ਦੇਣਾ, ਜਾਂ ਉਹਦੇ 에ਅਰ ਫੋਰਸਿਸ ਤੇ ਹਮਲਾ ਕਰਵਾ ਦੇਣਾ, ਹਵਾਈ ਸੈਨਾ ਤੇ ਹਮਲਾ ਕਰਵਾ ਦੇਣਾ, ਜਾਂ ਸਮੁੰਦਰੀ ਸੈਨਾ ਤੇ, ਦੂਸਰੀ ਕੰਟਰੀ ਦੀ ਸਮੁੰਦਰੀ ਸੈਨਾ ਤੇ, ਮਰਾਈਨ ਸੈਨਾ ਤੇ, ਜਾਂ 에ਅਰ ਫਲੀਟ ਤੇ, ਹਵਾਈ ਸੈਨਾ ਤੇ ਹਮਲਾ ਕਰਵਾ ਦੇਣਾ ਵੋਲੰਟਰਲੀ, यूनिलैटरली, बिना किसी प्रोवोकेशन तो तुसी हमला करवाता, वो एक्ट ऑफ अग्रैशन है। तो ये फिर जो केस चलता है ICC च किवें चलता है, जिवें अपने आम जिवें फौजदारी मुकदमे होंदे है, क्रिमिनल केस होंदे है, ट्रायल चलते हैं ना, तो एक सरकारी वकील होंदा ना जिन्होंने प्रोसीक्यूटर कहते हैं, पब्लिक प्रोसीक्यूटर, एवें जिवें ICC विच भी एक प्रोसीक्यूटर होंदा ICC दा, जो ये केस शुरू करता है गिल्टी पार्टी, गिल्टी स्टेट के खिलाफ। तो वो जिहड़ा प्रोसीक्यूटर है, अभियोगता पक्ष का वकील भी कह सकते हैं आप, वो ICC का जिहड़ा प्रोसीक्यूटर है वो केस शुरू करूगा, ठीक है। जे उन्होंने लगता है कि वाकई गुंजाइश हैगी है या रीजनेबल बेसिस हैगा, उन्होंने शक लगता है कि फलानी कंट्री ने वार ऑफ अग्रैशन किया है, उन्होंने लगता है कि ये खिलाफ इन्वेस्टिगेशन जरूरी है, इन्वेस्टिगेशन शुरू कर देनी चाहिए है, तो इन्वेस्टिगेशन सीधी नहीं स्टार्ट होंगी, ठीक है। वो पहला की करू, वो पहला ये असर्टन करूगा कि सिक्योरिटी काउंसिल ने भी ਉਹਦੇ एक्ट ਨੂੰ अग्रैशन मन्निया,
ਉਹ ਸਿਕਿਉਰਿਟੀ ਕਾਉਂਸਲ ਨੂੰ ਮਿਲਣਗੇ। ਸਿਕਿਉਰਿਟੀ ਕਾਉਂਸਲ ਨੂੰ ਇਹ ਨੋਟੀਫਿਕੇਸ਼ਨ ਜਾਊਗੀ ਕਿ ਆਹ ਫਲਾਣਾ ਜਿਹੜਾ ਹੈ ਕੇਸ ਆਇਆ ਸਾਡੇ ਕੋਲੇ, ਤੁਸੀਂ ਦੱਸੋ ਕਿ ਇਸ ਨੂੰ ਤੁਸੀਂ ਐਕਟ ਆਫ ਅਗਰੈਸ਼ਨ ਮੰਨਦੇ ਹੋ, ਫਿਰ ਤਾਂ ਅਸੀਂ ਕੇਸ ਚਲਾਵਾਂਗੇ। ਕੀ ਸਿਕਿਉਰਿਟੀ ਕਾਉਂਸਲ ਨੇ ਕੋਈ ਡਿਟਰਮੀਨੇਸ਼ਨ ਕੀਤੀ ਹੈ ਉਸ ਮੁੱਦੇ ਤੇ? ਇਹ ਪਹਿਲਾਂ ਵਿਚਾਰਿਆ ਜਾਊਗਾ ਪਬਲਿਕ ਪ੍ਰੋਸੀਕਿਊਟਰ ਵੱਲੋਂ। तो आईसीसी ਵੱਲੋਂ ਸਿਕਿਉਰਿਟੀ ਕਾਉਂਸਲ ਨੂੰ ਇਹ ਨੋਟੀਫਿਕੇਸ਼ਨ ਜਾਊਗੀ ਇਹ ਵਿਚਾਰ ਕਰਨ ਲਈ ਕਿ ਤੁਹਾਡਾ ਕੀ ਵਿਚਾਰ ਹੈ ਸਿਕਿਉਰਿਟੀ ਕਾਉਂਸਲ ਸਾਹਿਬ, ਸਿਕਿਉਰਿਟੀ ਕਾਉਂਸਲ ਦਾ ਨਿਸ਼ਚੈ ਕੀ ਹੈ, ਸਿਕਿਉਰਿਟੀ ਕਾਉਂਸਲ ਦਾ ਕੀ ਵਿਚਾਰ ਹੈ ਉਸ ਮੁੱਦੇ ਤੇ। ਕੀ ਸਿਕਿਉਰਿਟੀ ਕਾਉਂਸਲ ਨੂੰ ਵਾਕਈ ਉਸ ਸਟੇਟ ਦੀ ਗਲਤੀ ਲੱਗਦੀ ਹੈ, ਐਕਟ ਆਫ ਅਗਰੈਸ਼ਨ ਲੱਗਦਾ ਹੈ? ਜੇ ਸਿਕਿਉਰਿਟੀ ਕਾਉਂਸਲ ਕਹਿੰਦੀ ਹਾਂ, ਜੇ ਸਿਕਿਉਰਿਟੀ ਕਾਉਂਸਲ ਨੇ ਡਿਟਰਮੀਨੇਸ਼ਨ ਕਰ ਲਈ ਹੈ और कहे हाँ एक्ट ऑफ अग्रैशन है, तो फिर प्रोसीक्यूटर जो है इन्वेस्टिगेशन शुरू कर दूगा, कोर्ट च कार्रवाई शुरू हो जू, ट्रायल शुरू हो जू। ठीक है, कार्रवाई शुरू हो जू, इन्वेस्टिगेशन शुरू हो जू, ट्रायल चल जू। और ये भी कोई जरूरी नहीं है कि सिक्योरिटी काउंसिल ने डिटरमिनेशन नहीं की ਜਾਂ ਨਾ ਵੀ ਜਵਾਬ ਦਿੱਤਾ, ਜਾਂ ਸਿਕਿਉਰਿਟੀ ਕਾਉਂਸਲ ਨੇ कहता कि एक्ट ऑफ अग्रैशन मेरे ख्याल में नहीं है, तो आईसीसी की कोई जुरिडिक्शन नहीं बनती। आईसीसी का अपना दिमाग है, ईवन दो सिक्योरिटी काउंसिल ने ना भी करती, एक्ट ऑफ अग्रैशन नहीं भी नहीं मन्निया, तो भी आईसीसी अपना खुद का दिमाग यूज़ कर सकती है, तो वो अपनी खुद की फाइंडिंग नाल उसनूं एक्ट ऑफ अग्रैशन मन सकती है। तो पता लग गया एक्ट ऑफ अग्रैशन की है, एक कंट्री वालों दूसरी कंट्री से हमला धावा बोल देना, जो कि यूनाइटेड नेशन चार्टर दे वल्लों मनाही है, जो कि गलत है। और उस कंट्री जिहड़ा हमला बोल रहा है उसदे उपर कार्रवाई हो सकती है आईसीसी दे विच। समझ आ गई? थैंक यू।